ऐसे गुर को बल बल जाइए आप मुकत मोहि तारे। ऐसे गुर को बल बल जाइए आप मुकत मोहि तारे। ऐसे गुर को बल बल जाइए आप मुकत मोहि तारे। 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 ऐसे गुर को बल बल जाइए आप मुकत मोहि तारे। ऐसे गुर को बल बल जाइए आप मुकत मोहि तारे। गुरु सवारे खालसा जी। वाहिगुरु जी का खालसा वाहिगुरु जी की फतेह। जिस मिले मन होए आनंद सो सतगुर कही है। मन की दुविधा बिन सजाए हर परम पद लही है। गुरु सतवें पातशाह गुरु हर राय साहब महाराज जी दे पवित्र प्रकाश गुरपुरब दी आप संगतां नूं लख लख वधाई। आप काबल दियां संगतां और इस गुरु घर की प्रबंधक कमेटी विशेष वधाई दे सारे पात्र हो। अज तो तकरीबन 400 साल पहला भाई गुरदास जी ने ये बचन आखे सन। कुर्बानी तिना गुरसिखा पाए भगत गुरपुरब करन दे। पता नहीं उदों इन्हां शब्दां दी कितनी गुरसिखां दे जीवन विच प्रसंगता सी, पर अज इस वैसटर्न प्रभाव के अधीन जदों ऐसा समा आ गया है कि लोग अपने घरां दे मरे पालतू जानवरां दी भी बरसी मनाउंदे ने। MS गिल दी लड़की दा कुत्ता मर गया, उन्हें दमदमा साहब गुरुद्वारे खंड पाठ कराया। नानक प्या गुरुद्वारे वो ना तो लैन कहते जी वो अरदास कर दो। वो पूछे भाई साहब भी वो तुहाडे की लगते ने, वो अगों बोलन ना, फिर पता लगा भी इन्होंने कुत्ता पालिया सी, वो मर गया। पिछले साल मरिया सी, पाठ अगले साल फिर कराया। हुण जदों असीं बच्चों के जन्मदिनों तो भी अगे, अपने जन्मदिनों तो भी अगे, अपनियां सालगिरह तो भी अगे असीं अपने जानवरों के भी जन्मदिन जां उन्हां दे मरण दिन मनाउण लग पए। ते अजे भी इतना अभाव गुरुआं दे गुरपुरब के प्रति। साढ़े टोटल 10 गुरु ने। हिंदू धर्म दे विच 33 करोड़ देवी देवते ने, पर साडा तो जिवें टिप्स ते गिणन वाली गल है। पर जिस गुरु का तुसी गुरपुरब मना रहे जी, मैं जो बच्चों दीयां क्लासां कैंप लाउंदा सी ना, उदों मैं कहंदा हुंदा सी कि कोई आदमी उठ के एक बारी उठ के दस दे सतवें गुरु का नाम की है। आम सिख नूं भी कदे तुसी पुछ लेना, जिवें वो बच्चे बुझारत पाउंदे ने ना कि बुझ भाई, तो पहला अरदास शुरू करेगा, गुरु नानक साहब तो शुरू होएगा, फिर जाके उन्होंने चेता आएगा भी सतवें गुरु का नाम गुरु हर राय साहब है।
ਇਹ ਉਹ ਸਤਿਗੁਰੂ ਹੈ ਜਿਨ੍ਹਾਂ ਦਾ ਆਗਮਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਬਾਬਾ ਗੁਰਦਿੱਤਾ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਪ ਜੀ ਪੋਤਰੇ। ਕੀਰਤਪੁਰ ਸਾਹਿਬ ਦੀ ਧਰਤੀ ਉਹ ਧਰਤੀ ਹੈ ਜਿਹੜੀ ਸਾਡੇ 10 ਗੁਰੂਆਂ ਦੇ ਵਿੱਚੋਂ 2 ਗੁਰੂਆਂ ਨੂੰ ਜਨਮ ਦੇਣ ਵਾਲੀ ਧਰਤੀ ਹੈ। ਇਸ ਧਰਤੀ ਨੂੰ ਇਹ ਸੁਭਾਗ ਹੈ, ਇਹ ਵਡਿਆਈ ਪ੍ਰਾਪਤ ਹੈ। ਪਰ ਮੇਰਾ ਖਿਆਲ ਸ਼ਾਇਦ ਇਹ ਅਚੰਭਾ ਸਾਡੇ ਜਿੰਨੇ ਇੱਥੇ ਅਸੀਂ ਬੈਠੇ ਸਾਨੂੰ ਵੀ ਹੋਏਗਾ ਕਿ ਅਸੀਂ ਤਾਂ ਉਸ ਨਗਰੀ ਦੇ ਵਿੱਚ ਇੱਕ ਪਤਾਲਪੁਰੀ ਸਾਹਿਬ ਤੋਂ ਵੱਧ ਸ਼ਾਇਦ ਕੁਝ ਨਹੀਂ ਸਮਝਿਆ। ਅੱਜ ਇੱਥੋਂ ਵੀ ਅਗਰ ਆਪਣੇ ਬਜ਼ੁਰਗਾਂ ਦੀਆਂ, ਪਰਿਵਾਰ ਦੇ ਕਿਸੇ ਮੈਂਬਰ ਦੀਆਂ ਅਸਥੀਆਂ ਲੈ ਕੇ ਜਾਵੇ, ਉਹੀ ਕਹੇਗਾ ਕਿ ਜੀ ਅਸੀਂ ਫੁੱਲ ਕੀਰਤਪੁਰ ਸਾਹਿਬ ਪਾ ਕੇ ਫਿਰ ਅਨੰਦਪੁਰ ਸਾਹਿਬ ਮੱਥਾ ਟੇਕਣ ਜਾਣਾ ਹੈ। ਗੁਰਦੁਆਰਾ ਸ਼ੀਸ਼ ਮਹਿਲ ਦਾ ਸ਼ਾਇਦ ਬਹੁਤਿਆਂ ਨੂੰ ਪਤਾ ਵੀ ਨਹੀਂ ਹੈ ਕਿ ਗੁਰਦੁਆਰਾ ਸ਼ੀਸ਼ ਮਹਿਲ ਉਹ ਅਸਥਾਨ ਹੈ ਜਿੱਥੇ 7ਵੇਂ ਗੁਰੂ ਤੇ 8ਵੇਂ ਗੁਰੂ ਜੀ ਦਾ, ਗੁਰੂ ਹਰਿਰਾਏ ਸਾਹਿਬ ਜੀ ਦਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ, ਆਗਮਨ ਹੋਇਆ। ਇਹ ਉਹ ਧਰਤੀ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਦਾਦਾ ਗੁਰੂ ਜੀ ਨੇ ਇੱਕ ਦਿਨ ਬਗੀਚੀ ਦੇ ਵਿੱਚ ਟਹਿਲ ਕਦਮੀ ਕਰਦਿਆਂ ਇਹ ਸਿੱਖਿਆ ਦਿੱਤੀ ਸੀ ਕਿ ਪੁੱਤਰ ਦਾਮਨ ਸੰਕੋਚ ਕੇ ਚੱਲੀਦਾ ਹੈ। ਉਹਦਾ ਭਾਵ ਹੀ ਇਹ ਸੀ ਕਿਉਂਕਿ ਬੱਚੇ ਸਨ, ਆਪਣੇ ਦਾਦਾ ਗੁਰੂ ਜੀ ਦੀ ਉਂਗਲੀ ਪਕੜ ਕੇ ਖੁਸ਼ੀ ਨਾਲ ਟਹਿਲ ਕਦਮੀ ਕਰ ਰਹੇ ਸਨ ਕਿ ਇੱਕ ਫੁੱਲ ਦਾ ਬੂਟਾ ਇਹਨਾਂ ਦੇ ਚੋਲੇ ਨਾਲ ਅੜ ਗਿਆ, ਖਿੱਚਿਆ ਗਿਆ। ਉਹਦੇ ਨਾਲ ਲੱਗੇ ਫੁੱਲ ਜਿਹੜੇ ਸੀ, ਫੁੱਲਾਂ ਦੀਆਂ ਪੰਖੜੀਆਂ ਜਿਹੜੀਆਂ ਸੀ ਉਹ ਟੁੱਟ ਗਈਆਂ। ਸਮਝਾਇਆ ਦਾਦਾ ਗੁਰੂ ਜੀ ਨੇ ਕਿ ਪੁੱਤਰ ਆਪਣੀ ਖੁਸ਼ੀ ਮਾਣਦੇ ਆ, ਕਦੇ ਕਿਸੇ ਦੀ ਖੁਸ਼ੀ ਨੂੰ ਵਿਰਾਨ ਨਹੀਂ ਕਰਨਾ। ਔਰ ਇਤਨੇ ਸਤਿਗੁਰੂ ਜੀ ਆਗਿਆਕਾਰੀ ਸਨ। ਬਚਪਨ ਤੋਂ ਹੀ ਐਸੇ ਜੀਵਨ ਦੇ ਵਿੱਚ ਉਹਨਾਂ ਦੇ ਅਵਸਥਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ 5 ਸਾਹਿਬਜ਼ਾਦੇ ਹੋਏ ਨੇ। ਭਾਵੇਂ ਬਾਬਾ ਅਟਲ ਰਾਏ ਜੀ ਛੋਟੀ ਅਵਸਥਾ ਵਿੱਚ ਸਰੀਰ ਤਿਆਗ ਗਏ ਸਨ, ਪਰ ਬਾਕੀ 4ਾਂ ਦੇ ਵਿੱਚੋਂ ਗੁਰਤਾ ਗੱਦੀ ਦੇ ਅਧਿਕਾਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਬਣੇ। ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਬਾਬਾ ਧੀਰਮਲ ਨੇ। ਜਦੋਂ ਧੀਰਮਲ ਦਾ ਜਨਮ ਹੋਇਆ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਆਖੇ ਸੀ, ਕਹਿਣ ਲੱਗੇ ਪ੍ਰਿਥਵੀ ਦਾ ਫਿਰ ਜਨਮ ਹੋ ਗਿਆ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜਿਹੜੇ ਸ਼ਿਕਾਰ ਖੇਡਣ ਜਾਂਦੇ ਸੀ ਪਰ ਸ਼ਿਕਾਰ ਮਾਰਦੇ ਨਹੀਂ ਸੀ। ਉਹਨਾਂ ਨੇ ਤਾਂ ਜ਼ਿੰਦਗੀ ਆਪਣੇ ਪਾਸ 2200 ਘੋੜ ਸਵਾਰ ਜਿਹੜੀ ਦਾਦਾ ਗੁਰੂ ਜੀ ਦੇ ਪਾਸ ਸਿੱਖ ਫੌਜ ਸੀ, ਅੱਗੋਂ ਉਸ ਨੂੰ ਸੰਭਾਲ ਕੇ ਰੱਖਿਆ। ਬਹੁਤ ਸਾਰਾ ਉਹਨਾਂ ਨੇ ਆਪ ਦੂਰ ਦਰਾਡੇ ਦੇਸ਼ਾਂ ਤੱਕ ਜਾ ਕੇ ਪ੍ਰਚਾਰ ਵੀ ਕੀਤਾ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋ ਸ਼ਿਕਾਰ ਖੇਡਣ ਜਾਂਦੇ ਸੀ ਪਰ ਸ਼ਿਕਾਰ ਮਾਰਦੇ ਨਹੀਂ ਸੀ। ਪੰਛੀਆਂ ਨੂੰ, ਜਾਨਵਰਾਂ ਨੂੰ ਪਕੜ ਕੇ ਲੈ ਆਉਣਾ ਉਹਨਾਂ ਨੇ ਰੱਖ ਬਣਾਈ ਹੋਈ ਸੀ। ਉਹ ਬਹੁਤ ਪ੍ਰਕਿਰਤੀ ਦੇ ਨੇੜੇ ਸਨ ਔਰ ਕੁਦਰਤ ਨੂੰ ਬਹੁਤ ਪਿਆਰ ਕਰਦੇ ਸਨ। ਪਰ ਇੱਕ ਦਿਨ ਕੀ ਹੋਇਆ, ਸ਼ਿਕਾਰ ਖੇਡਣ ਜਾਂਦਿਆਂ ਰਸਤੇ ਵਿੱਚ ਉਹਨਾਂ ਨੇ ਇੱਕ ਅਜਗਰ ਸੱਪ ਵੇਖਿਆ। ਸੱਪਾਂ ਦੀਆਂ ਹਜ਼ਾਰਾਂ ਕਿਸਮਾਂ ਨੇ, ਹਜ਼ਾਰਾਂ ਤਰ੍ਹਾਂ ਦੀਆਂ ਉਹਨਾਂ ਦੀਆਂ ਅੱਗੋਂ ਜਾਤੀਆਂ ਨੇ। ਕਈ ਉੱਡਣ ਵਾਲੇ ਵੀ ਨੇ, ਕਈ ਪਾਣੀ ਵਿੱਚ ਰਹਿਣ ਵਾਲੇ ਵੀ ਨੇ, ਕਈ ਮਿੱਟੀ ਖਾਣ ਵਾਲੇ ਵੀ ਨੇ। ਇਹ ਜਿਹੜਾ ਅਜਗਰ ਹੈ ਇਹ ਬੱਕਰੀ ਜਿਹੜੇ ਜਾਨਵਰ ਨੂੰ ਸਬੂਤਾ ਹੀ ਨਿਕਲ ਲੈਂਦਾ ਹੈ। ਸਤਿਗੁਰਾਂ ਨੇ ਆਪਣਾ ਧਨੁਸ਼ ਕੱਢਿਆ, ਧਨੁਸ਼ ਤੇ ਤੀਰ ਚੜਾਇਆ, ਸੱਪ ਨੂੰ ਮਾਰ ਦਿੱਤਾ। ਸਿੱਖ ਬੜੇ ਹੈਰਾਨ ਹੋਏ ਵੀ ਅੱਜ ਪਹਿਲੀ ਵਾਰੀ ਗੁਰੂ ਜੀ ਨੇ ਆਪਣੇ ਤੀਰ ਨਾਲ ਇਹ ਸੱਪ ਦਾ ਹੀ ਸ਼ਿਕਾਰ ਕਰਨਾ ਸੀ, ਇਹਨੂੰ ਮਾਰਿਆ। ਜੇ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ, ਭਾਈ ਅਸਲ ਗੱਲ ਇਹ ਹੈ ਅਸੀਂ ਤੇ ਇਹਦਾ ਉਧਾਰ ਹੀ ਕੀਤਾ ਹੈ। ਉਹ ਬੜੇ ਵੱਡੇ ਆਕਾਰ ਵਾਲਾ ਸੱਪ ਸੀ, ਰਸਤੇ ਦੇ ਵਿੱਚ ਦੁੱਖ ਭੋਗ ਰਿਹਾ ਸੀ। ਛੋਟੇ ਛੋਟੇ ਕੀੜੇ ਉਹਦਾ ਮਾਸ ਕੱਟ ਰਹੇ ਸਨ।
ਤੇ ਸਤਿਗੁਰਾਂ ਨੇ ਦੱਸਿਆ ਵੀ ਇਹ ਪਿਛਲੇ ਜਨਮ ਦੇ ਵਿੱਚ ਇੱਕ ਵਿਦਵਾਨ ਪੰਡਤ ਸੀ। ਆਪਣੀ ਵਿਦਵਤਾ ਦੇ ਬਲ ਬੂਤੇ ਇਸ ਨੇ ਇੱਕ ਭਰਮ ਪਾਲ ਲਿਆ ਕਿ ਮੈਂ ਗੁਰੂ ਹਾਂ। ਤੇ ਬਹੁਤ ਸਾਰੇ ਲੋਕ ਕਿਉਂਕਿ ਸਸਤਾ ਗੁਰੂ ਮਿਲੇ ਜਾਂ ਸਸਤੀ ਬਖਸ਼ਿਸ਼ ਮਿਲੇ ਤੇ ਇਹਦੇ ਵਿੱਚ ਸ਼ਾਇਦ ਅਸੀਂ ਕਦੇ ਦੇਰੀ ਨਹੀਂ ਕਰਦੇ, ਅਵੇਸਲਾਪਣ ਨਹੀਂ ਕਰਦੇ, ਬੜੀ ਛੇਤੀ ਦੌੜਦੇ ਆ। ਬੜੇ ਸਾਰੇ ਲੋਕਾਂ ਨੇ ਉਹਦੇ ਤੇ ਆਪਣਾ ਈਮਾਨ ਲੈਣ ਦਾ, ਉਹਨੂੰ ਅੱਗੇ ਭੇਟਾ ਦੇਣੀਆਂ, ਬਸਤਰ ਦੇਣੇ, ਰਸਤਾਂ ਦੇਣੀਆਂ, ਮਾਇਆ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰ ਹੋਇਆ ਕਿ ਉਹ ਜਿਹੜਾ ਝੂਠਾ ਗੁਰੂ ਸੀ, ਜਦੋਂ ਮਰਿਆ ਉਹਦੀ ਆਪਣੀ ਵੀ ਮੁਕਤੀ ਨਾ ਹੋਈ, ਉਹਨੂੰ ਮਿਲੀ ਸੱਪ ਦੀ ਜੂਨੀ। ਤੇ ਜਿਹੜੇ ਉਹ ਕੀੜੇ ਮਕੌੜੇ ਸੀ, ਮਹਾਰਾਜ ਨੇ ਦੱਸਿਆ ਵੀ ਇਹ ਉਹ ਸੇਵਕ ਨੇ ਜਿਨ੍ਹਾਂ ਨੇ ਇਹਦੇ ਤੇ ਈਮਾਨ ਲੈ ਕੇ ਆਂਦਾ, ਮੁਕਤੀ ਇਹਨਾਂ ਦੀ ਵੀ ਨਹੀਂ ਹੋਈ। ਤੇ ਇਹ ਹੁਣ ਕੀੜੇ ਮਕੌੜੇ ਬਣ ਕੇ ਇਸ ਨੂੰ ਨੋਚ ਕੇ ਕਹਿੰਦੇ ਨੇ ਵੀ ਜਾਂ ਤੇ ਸਾਡਾ ਸਮਾਨ ਵਾਪਸ ਕਰ ਤੇ ਜਾਂ ਸਾਡੀ ਮੁਕਤੀ ਕਰ। ਉੱਥੇ ਗੁਰੂ ਜੀ ਨੇ ਸਿੱਖਿਆ ਦਿੱਤੀ ਸੀ ਕਿ ਭਾਈ ਕਦੇ ਕੱਚੇ ਗੁਰੂ ਤੇ ਆਪਣਾ ਈਮਾਨ ਲੈ ਕੇ ਨਹੀਂ ਆਉਂਦਾ। ਇਹ ਠੀਕ ਹੈ, ਉਹਨੂੰ ਤਾਂ ਸੱਪ ਦੀ ਜੂਨੀ ਮਿਲੇਗੀ, ਪਰ ਅੱਗੋਂ ਸਾਨੂੰ ਵੀ ਤਾਂ ਕੀੜਿਆਂ ਮਕੌੜਿਆਂ ਦੀ ਜੂਨੀ ਮਿਲੇਗੀ ਜੇ ਆਪਾਂ ਕਿਸੇ ਕੱਚੇ ਗੁਰੂ ਦੇ ਨਾਲ ਆਪਣਾ ਜੀਵਨ ਜੋੜਾਂਗੇ। ਤਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਘਰ ਇੱਕ ਐਸਾ ਦਵਾਖਾਨਾ ਸੀ ਕਿ ਜਦੋਂ ਬਾਦਸ਼ਾਹ ਸ਼ਾਹਜਹਾਨ ਨੂੰ ਆਪਣੇ ਪੁੱਤਰ ਦਾਰਾ ਸ਼ਿਕੋਹ ਦੇ ਇਲਾਜ ਵਾਸਤੇ ਖਾਸ ਹਰੜ ਦੀ ਲੌਂਗ ਦੀ ਲੋੜ ਪਈ ਤੇ ਜਿਹੜੇ ਹਿਕਮਤ ਕਰਨ ਵਾਲੇ ਸੀ ਉਹਨਾਂ ਦੱਸਿਆ ਸੀ ਵੀ ਇਹ ਤੁਹਾਨੂੰ ਚੀਜ਼ਾਂ ਕੀਰਤਪੁਰ ਸਾਹਿਬ ਤੋਂ ਮਿਲ ਸਕਦੀਆਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਹਰ ਨਗਰ ਦੇ ਵਿੱਚ ਲੰਗਰ ਦੀ ਜਿਹੜੀ ਪ੍ਰਥਾ ਹੈ ਉਸ ਨੂੰ ਲਾਗੂ ਕੀਤਾ। ਮਾਲਵੇ ਦਾ ਇੱਕ ਸਿੱਖ ਗੱਡਾ ਭਰ ਕੇ ਰਸਦ ਦਾ ਲੈ ਕੇ ਆਉਂਦਾ ਤੇ ਗੁਰੂ ਜੀ ਨੇ ਪੁੱਛਿਆ ਕਿ ਕਿਉਂ ਭਾਈ ਤੇਰੇ ਆਪਣੇ ਨਗਰ ਵਿੱਚ ਲੰਗਰ ਚੱਲਦਾ? ਕਹਿਣ ਲੱਗਾ ਨਹੀਂ। ਮਹਾਰਾਜ ਕਹਿਣ ਲੱਗੇ ਫਿਰ ਰਸਦ ਵਾਪਸ ਲੈ ਜਾ। ਔਰ ਉਸ ਤੋਂ ਬਾਅਦ ਹੀ ਹਰ ਸਿੱਖ ਨੇ ਆਪਣੇ ਘਰ ਦੇ ਭੋਜਨ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਮੇਰੇ ਘਰ ਲੰਗਰ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਲੰਗਰ ਸਾਡੀ ਬੜੀ ਅਮੀਰ ਇੱਕ ਪ੍ਰਥਾ ਹੈ। ਅਗਰ ਇਹਨਾਂ ਮੁਲਕਾਂ ਦੇ ਤੁਸੀਂ ਲੋਕਾਂ ਨੂੰ ਜੇ ਪੁੱਛੋ ਨਾ ਵੀ ਉਹ ਤੁਹਾਡੀ ਕਿਸ ਗੱਲ ਤੋਂ ਜ਼ਿਆਦਾ ਪ੍ਰਭਾਵਿਤ ਨੇ, ਉਹ ਤੁਹਾਡੀ ਫ੍ਰੀ ਕਿਚਨ ਹੈ। ਔਰ ਉਹ ਵੀ ਐਸੀ ਕਿ ਜਿੱਥੇ ਕੋਈ ਵਿਤਕਰਾ, ਕੋਈ ਭਿੰਨ ਭੇਦ, ਕੋਈ ਰੰਗ ਜਾਤੀ ਦਾ ਕੋਈ ਵਿਤਕਰਾ, ਕੋਈ ਝਗੜਾ ਹੈ ਹੀ ਨਹੀਂ। ਪਰ ਇਹਦੇ ਲਈ ਇੱਕ ਮਰਿਆਦਾ ਜਿਹੜੀ ਹੈ ਉਹਦਾ ਪਾਲਣ ਜਿਹੜਾ ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਜਿਹੜੀ ਉਹ ਭਾਈ ਬੁੱਧੂ ਜੀ ਵਾਲੀ ਸਾਖੀ ਆਉਂਦੀ ਹੈ ਨਾ ਕਿ ਭਾਈ ਬੁੱਧੂ ਜੀ ਨੇ ਆਖਿਆ ਸੀ ਮਹਾਰਾਜ ਮੇਰੇ ਆਵੇ ਕਈ ਸਾਲ ਹੋ ਗਏ ਪੱਕਦੇ ਨਹੀਂ, ਦੇਣੇਦਾਰੀ ਵੱਧ ਗਈ, ਲੈਣੇਦਾਰੀ ਅੱਗੋਂ ਹੈ ਕੋਈ ਨਹੀਂ। ਤਾਂ ਗੁਰੂ ਜੀ ਨੇ ਆਖਿਆ ਸੀ ਤੂੰ ਆਪਣੇ ਘਰ ਲੰਗਰ ਲਗਾ ਕੇ ਸੰਗਤ ਕੋਲੋਂ ਅਰਦਾਸ ਕਰਾ। ਉਹਨੇ ਲੰਗਰ ਕੀਤਾ, ਪਰ ਜਦੋਂ ਘਰ ਵਿਹੜਾ ਭਰ ਗਿਆ ਤੇ ਆਪਣੇ ਇੱਕ ਆਦਮੀ ਨੂੰ ਕਹਿਣ ਲੱਗਾ ਦਰਵਾਜ਼ਾ ਬੰਦ ਕਰ ਦੇ। ਇਹਨੇ ਨੂੰ ਭਾਈ ਕਮਲੀਆ ਆ ਗਿਆ। ਉਹ ਕਹਿਣ ਲੱਗਾ ਦਰਵਾਜ਼ਾ ਖੋਲ। ਉਹ ਕਹਿੰਦਾ ਜੀ ਉਹ ਭਾਈ ਬੁੱਧੂ ਜੀ ਨੇ ਕਿਹਾ ਵੀ ਦਰਵਾਜ਼ਾ ਬੰਦ ਕਰ ਦਿਓ। ਉਹ ਕਹਿਣ ਲੱਗਾ ਵੀ ਭਾਈ ਬੁੱਧੂ ਕੌਣ ਹੈ? ਕਹਿੰਦਾ ਜੀ ਜਿਹੜਾ ਘਰ ਦਾ ਮਾਲਕ ਹੈ। ਉਹ ਕਹਿੰਦਾ ਘਰ ਦੇ ਮਾਲਕ ਦਾ ਕੀ ਮਤਲਬ, ਇੱਥੇ ਗੁਰੂ ਕਾ ਲੰਗਰ ਨਹੀਂ? ਜੇ ਗੁਰੂ ਕਾ ਲੰਗਰ ਹੈ ਤੇ ਦਰਵਾਜ਼ਾ ਬੰਦ ਕਰਨ ਵਾਲਾ ਭਾਈ ਬੁੱਧੂ ਨਹੀਂ ਹੋ ਸਕਦਾ। ਹਾਂ, ਭਾਈ ਬੁੱਧੂ ਦੀ ਰੋਟੀ ਹੈ ਤਾਂ ਵੱਖਰੀ ਗੱਲ ਹੈ, ਪਰ ਜੇ ਗੁਰੂ ਦਾ ਲੰਗਰ ਹੈ ਤੇ ਗੁਰੂ ਦੇ ਲੰਗਰ ਦਾ ਕੋਈ ਦਰਵਾਜ਼ਾ ਨਹੀਂ ਬੰਦ ਕਰ ਸਕਦਾ। ਇਹਨੇ ਨੂੰ ਅੰਦਰ ਸੰਗਤ ਨੇ ਅਰਦਾਸ ਸ਼ੁਰੂ ਕਰ ਦਿੱਤੀ ਵੀ ਇਹਦੇ ਆਵੇ ਪੱਕ ਜਾਣ ਭਾਈ ਬੁੱਧੂ ਦੇ। ਉਹ ਕੱਲਾ ਹੀ ਭਾਈ ਕਮਲੀਆ ਬਾਹਰ ਕਹਿੰਦੇ ਵੀ ਇਹ ਨਹੀਂ ਪਕੜੇ, ਆਵੇ ਕੱਚੇ ਰਹਿ ਗਏ, ਇੱਟਾਂ ਪਿੱਲੀਆਂ ਰਹਿ ਗਈਆਂ। ਉਹ ਫਿਰ ਗਿਆ ਗੁਰੂ ਜੀ ਕੋਲੇ ਅੰਮ੍ਰਿਤਸਰ ਸਾਹਿਬ, ਕਹਿਣ ਲੱਗਾ ਮਹਾਰਾਜ ਆਵੇ ਪੱਕੇ ਨਹੀਂ, ਮੈਂ ਤੇ ਤੁਹਾਡਾ ਬਚਨ ਮੰਨਿਆ। ਗੁਰੂ ਜੀ ਨੇ ਪੁੱਛਿਆ ਵੀ ਕੁਝ ਉੱਥੇ ਕੋਈ ਹੋਰ ਗੱਲ ਵੀ ਹੋਈ ਸੀ? ਕਹਿਣ ਲੱਗਾ ਜੀ ਮਾੜੀ ਜੀ ਹੋਈ ਸੀ। ਇੱਕ ਉਹ ਲਾਹੌਰ ਵਾਲਾ ਕਮਲੀਆ ਹੈ, ਉਹ ਪਤਾ ਲੱਗਾ ਵੀ ਦਰਵਾਜ਼ੇ ਤੇ ਖਲੋਤਾ ਰੌਲਾ ਪਾਉਂਦਾ ਸੀ ਵੀ ਆਵੇ ਨਹੀਂ ਪਕੜੇ। ਗੁਰੂ ਜੀ ਨੇ ਪੁੱਛਿਆ ਵੀ ਹੋਇਆ ਕੀ ਸੀ? ਉਹਨੇ ਫਿਰ ਸਾਰੀ ਗੱਲ ਸੁਣਾਈ ਤੇ ਗੁਰੂ ਜੀ ਨੇ ਫਿਰ ਦੱਸਿਆ ਭਾਈ ਬੁੱਧੂ ਨੂੰ ਕਿ ਇਹ ਗੱਲ ਬਿਲਕੁਲ ਸੱਚ ਹੈ। ਗੁਰੂ ਦੇ ਲੰਗਰ ਦਾ ਮਤਲਬ ਹੀ ਇਹ ਹੁੰਦਾ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਵੀ ਕੋਈ ਖਾਸ ਕਿਸਮ ਦੇ ਚੌਲ ਲੰਗਰ ਨਹੀਂ ਹੁੰਦੇ।
खास किस्म की दाल आटा खास किस्म की रोटी लंगर नहीं होंदी। लंगर साड़ी एक मर्यादा है कि जिहड़ी चीज़ पवित्रता नाल बाणी पढ़दियां तैयार करके तुसी समान सारिਆਂ ਵਿੱਚ ਵਰਤਾਓਗੇ बराबर, वो लंगर है। जे ਵਰਤਾਉਣ ਲੱਗਿਆ वितकरा करोगे तो भी लंगर नहीं, जे बनाउण ਲੱਗਿਆ पवित्रता नहीं रखोगे तो भी लंगर नहीं। तो ये जिहड़ा नगर नगर दे विच लंगर है, ये गुरु हरराय साहब पिता महाराज ने अपने गुरसिखां नूं हुक्म कीता सी। गुरसिखां ने एक सवाल किया, महाराज जिहड़ी असीं बाणी पढ़दे हां ਇਹਦਾ ਸਾਨੂੰ जीवन ਦੇ ਵਿੱਚ कई वारी बाणी ਦੇ अर्थ नहीं आउंदे, समझ नहीं आउंदी, ਜਾਂ ਜਿਹੜਾ ਅਸੀਂ ਉੱਠਦੇ ਆਂ ਬਹਿੰਦੇ ਆਂ ਤੁਸੀਂ ਕਹਿੰਦੇ ਜੀ ਸਿਮਰਨ ਕਰੋ, ਇਹਦਾ ਜੀਵਨ ਦੇ ਵਿੱਚ ਸਾਨੂੰ ਕੀ ਕੋਈ ਫਲ ਕਦੇ ਮਿਲੇਗਾ? ਤਾਂ ਸਤਿਗੁਰੂ ਜੀ ਨੇ ਇੱਕ ਵਾਰੀ ਸ਼ਿਕਾਰ ਖੇਡਣ ਜਾਂਦੇ ਆ, ਰਸਤੇ ਵਿੱਚ ਇੱਕ ਰੂੜੀ ਤੋਂ ਢੇਰ ਤੋਂ ਟੁੱਟੇ ਹੋਏ ਮਿੱਟੀ ਦੇ ਭਾਂਡੇ ਦੇ ਉਹ ਜਿਹੜੇ ਠੀਕਰ ਸੀ, ਉਹ ਜਿਹੜੀ ਉਹਦੇ ਬੱਬਰ ਸੀ, ਉਹ ਚੁੱਕਣ ਲਈ ਆਖਿਆ ਸਿੱਖਾਂ ਨੂੰ ਵੀ ਇਹ ਚੁੱਕ ਲਓ। ਤੇ ਜਦੋਂ ਉਹ ਚੁੱਕ ਕੇ ਵਾਪਸ ਸਤਿਗੁਰੂ ਆਪਣੇ ਅਸਥਾਨ ਤੇ ਆਏ, ਕਹਿਣ ਲੱਗੇ ਇਸ ਨੂੰ ਅੱਗ ਦੇ ਉੱਤੇ ਰੱਖੋ ਭਾਈ। ਜਦੋਂ ਅੱਗ ਦੇ ਉੱਤੇ ਰੱਖਿਆ ਉਹਦੇ ਵਿੱਚੋਂ ਘਿਓ ਸਿਮ ਆਇਆ। ਤੇ ਸਤਿਗੁਰਾਂ ਨੇ ਦੱਸਿਆ, ਭਾਈ ਇਹ ਵੇਖੋ ਕੋਈ ਵੇਲੇ ਕਿਸੇ ਵੇਲੇ ਇਸ ਮਿੱਟੀ ਦੇ ਭਾਂਡੇ ਵਿੱਚ ਕੋਈ ਮਾਤਾ ਘਿਓ ਰੱਖਦੀ ਸੀ, ਪਰ ਭਾਵੇਂ ਇਹ ਭਾਂਡਾ ਟੁੱਟ ਗਿਆ, ਰੂੜੀ ਤੱਕ ਚਲਾ ਗਿਆ, ਪਰ ਅੱਜ ਇਸ ਨੂੰ ਜਦੋਂ ਥੋੜਾ ਜਿਹਾ ਅੱਗ ਦਾ ਸੇਕ ਲੱਗਿਆ ਤੇ ਇਹਦੇ ਵਿੱਚੋਂ ਘਿਓ ਸਿਮ ਆਇਆ। ਭਾਵ ਤੁਹਾਡੇ ਕੀਤੇ ਸਿਮਰਨ ਦਾ, ਤੁਹਾਡੀ ਪੜ੍ਹੀ ਬਾਣੀ ਦਾ ਜਿਹੜਾ ਪ੍ਰਭਾਵ ਹੈ ਉਹ ਤੁਹਾਡੇ ਜੀਵਨ ਵਿੱਚੋਂ ਕਦੇ ਮਨਫੀ ਨਹੀਂ ਹੁੰਦਾ, ਪਰ ਜਿਸ ਦਿਨ ਗੁਰੂ ਦੀ ਕਸਵੱਟੀ ਦਾ ਤਾਓ ਤੁਹਾਡੇ ਜੀਵਨ ਵਿੱਚ ਆਏਗਾ, ਇਹਦਾ ਮਹਾਤਮ, ਇਹਦਾ ਫਲ ਤੁਹਾਨੂੰ ਜੀਵਨ ਵਿੱਚ ਮਿਲ ਜਾਏਗਾ। ਗੁਰੂ ਹਰਰਾਏ ਸਾਹਿਬ ਬੜੇ ਕੋਮਲ ਹਿਰਦੇ ਵਾਲੇ ਸਨ, ਪਰ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ। ਕਈ ਵਾਰੀ ਆਪਾਂ ਨਿਮਰਤਾ ਨੂੰ ਕਾਇਰਤਾ ਸਮਝਦੇ ਹਾਂ, ਇਹ ਸਾਡੀ ਨਲਾਇਕੀ ਹੈ। ਬਹੁਤ ਸਾਰੇ ਅਰਥ ਜਿਹੜੇ ਨੇ ਨਾ ਉਹ ਸਾਨੂੰ ਆਉਂਦੇ ਨਹੀਂ। ਮੈਂ ਕਈ ਵਾਰੀ ਇਹ ਗੱਲ ਸੁਣਾਈ ਹੈ ਕਿ ਮੈਂ ਘਰ ਬੈਠਾ ਸੀ ਤੇ ਮੈਂ ਕਹਿ ਬੈਠਾ ਸਿੰਘ ਸਾਹਿਬ ਹੋਰਾਂ ਨੂੰ, ਮੈਂ ਕਿਹਾ ਜੀ ਇਹ ਕਮਲਾ ਹੈ, ਤੇ ਮੈਨੂੰ ਕਹਿਣ ਲੱਗੇ ਵੀ ਕਾਕਾ ਤੈਨੂੰ ਕਮਲੇ ਦੇ ਅਰਥ ਆਉਂਦੇ ਨੇ? ਮੈਂ ਕਿਹਾ ਜੀ ਕਮਲੇ ਦੇ ਅਰਥ ਤੁਸੀਂ ਦੱਸਦੇ ਹੋ? ਕਹਿੰਦੇ ਕਮਲਾ ਹੁੰਦਾ ਜਿਹੜਾ ਘਰ ਦੇ ਭਾਂਡੇ ਬਾਹਰ ਸੁੱਟ ਕੇ ਆਵੇ, ਜਿਹੜਾ ਲੋਕਾਂ ਦੇ ਚੁੱਕ ਲਿਆ ਉਹ ਕਿਵੇਂ ਕਮਲਾ ਹੋਇਆ? ਸ਼ੈਤਾਨ ਨੂੰ ਕਮਲਾ ਕਹੀ ਜਾਂਦੇ ਅਸੀਂ। ਸ਼ੈਤਾਨ ਹੁੰਦਾ ਜਿਹੜਾ ਸਾਰਿਆਂ ਦੇ ਘਰ ਨੂੰ ਅੱਗ ਲਾ ਕੇ ਆਵੇ। ਕਈ ਵਾਰੀ ਅਸੀਂ ਨਿਮਰਤਾ ਦੇ ਅਰਥ, ਕੋਈ ਆਦਮੀ ਨਿਰਮਾਣ ਹੋ ਕੇ ਨਿਮਰਤਾ ਨਾਲ ਰਹਿੰਦਾ ਹੈ, ਅਸੀਂ ਸੋਚਦੇ ਵੀ ਇਹ ਡਰਪੋਕ ਹੈ ਜੀ, ਇਹ ਕਾਇਰ ਹੈ ਜੀ, ਪਰ ਸਾਨੂੰ ਇਹ ਨਹੀਂ ਪਤਾ ਕਿ ਕਾਇਰ ਦੇ ਅਰਥ ਹੀ ਕੁਝ ਹੋਰ ਹੁੰਦੇ ਨੇ। ਪਰ ਨਿਮਰਤਾ ਵਾਲਾ ਇਨਸਾਨ ਜਿੰਨਾ ਆਪਣੇ ਇਰਾਦੇ ਦਾ ਪਰਪੱਕ ਹੁੰਦਾ ਹੈ, ਇਹਦੀ ਸ਼ਾਇਦ ਤੁਹਾਨੂੰ ਦੁਨੀਆ ਵਿੱਚ ਕਿਤੇ ਹੋਰ ਮਿਸਾਲ ਨਹੀਂ ਮਿਲੇਗੀ। ਗੁਰੂ ਹਰਰਾਏ ਸਾਹਿਬ ਪਿਤਾ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਦੀ ਉਮਰ ਕਿੰਨੀ ਹੈ? 11 ਸਾਲ। ਔਰੰਗਜ਼ੇਬ ਬਾਦਸ਼ਾਹ ਨੇ ਬੁਲਾ ਭੇਜਿਆ ਗੁਰੂ ਹਰਰਾਏ ਸਾਹਿਬ ਮਹਾਰਾਜ ਨੂੰ ਵੀ ਤੁਸੀਂ ਦਿੱਲੀ ਆਓ ਜੀ। ਸੰਗਤ ਨੇ ਫੈਸਲਾ ਕਰ ਲਿਆ ਕਿ ਨਹੀਂ ਜਾਣਾ ਚਾਹੀਦਾ, ਕਿਉਂਕਿ ਅੱਗੇ 2-3 ਵਾਰੀ ਇਹ ਘਟਨਾ ਹੋ ਚੁੱਕੀ ਸੀ। ਗੁਰੂ 5ਵੇਂ ਪਾਤਸ਼ਾਹ ਗਏ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। 6ਵੇਂ ਪਾਤਸ਼ਾਹ ਗਏ, ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕਰ ਦਿੱਤਾ ਗਿਆ। ਗੁਰੂ 7ਵੇਂ ਪਾਤਸ਼ਾਹ ਨੂੰ ਸੰਗਤ ਨੇ ਆਖਿਆ ਵੀ ਤੁਸੀਂ ਨਾ ਜਾਓ, ਬਹੁਤੀ ਗੱਲ ਹੈ, ਆਪਣੇ ਵੱਡੇ ਸਾਹਿਬਜ਼ਾਦੇ ਨੂੰ ਘੱਲ ਦਿਓ। ਉਹਨਾਂ ਨੇ ਬਾਬੇ ਰਾਮ ਰਾਏ ਨੂੰ ਘੱਲਿਆ ਤੇ ਨਾਲ ਇਹ ਵੀ ਆਖਿਆ ਵੀ ਪੁੱਤਰ ਤੇਰੇ ਸਿਰ ਤੇ ਹੱਥ ਗੁਰੂ ਨਾਨਕ ਦਾ ਰਹੇਗਾ, ਤੇਰੀ ਰਸਨਾ ਤੇ ਗੁਰੂ ਨਾਨਕ ਦੀ ਬਖਸ਼ਿਸ਼ ਦਾ ਵਾਸਾ ਰਹੇਗਾ, ਪਰ ਵੇਖੀ ਗੁਰੂ ਵਾਲੇ ਪਾਸੇ ਕਦੇ ਕੰਡ ਨਾ ਕਰੀ, ਪਿੱਠ ਨਾ ਕਰੀ। ਬਾਬਾ ਰਾਮ ਰਾਏ ਦਿੱਲੀ ਗਿਆ, ਉਸਨੇ 72 ਕਰਾਮਾਤਾਂ ਕੀਤੀਆਂ। ਉਹਦੇ ਵਿੱਚੋਂ ਪਹਿਲੀ ਕਰਾਮਾਤ ਇਹ ਸੀ ਕਿ ਅੱਜ ਵੀ ਤੁਸੀਂ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਜਾਓ, ਉੱਥੇ ਇੱਕ ਖੂਹ ਹੈ। ਬਾਦਸ਼ਾਹ ਨੇ ਕੀ ਕੀਤਾ, ਉਸ ਖੂਹ ਦੇ ਉੱਪਰ ਇੱਕ ਚਿੱਟੀ ਚਾਦਰ ਵਿਛਾ ਦਿੱਤੀ, ਥੱਲੇ ਉਹਦੇ ਕੋਈ ਸਪੋਰਟ ਨਹੀਂ ਹੈ। ਤੇ ਜਦੋਂ ਬਾਬਾ ਜੀ ਦੀ ਸਵਾਰੀ ਪਹੁੰਚਦੀ ਹੈ ਤੇ ਬਾਦਸ਼ਾਹ ਦੇ ਜਿਹੜੇ ਆਦਮੀ ਅਹਿਲਕਾਰ ਸੀ ਕਹਿਣ ਲੱਗੇ ਜੀ ਇੱਥੇ ਆਪਣਾ ਆਸਣ ਲਾ ਲਓ। ਬਾਬਾ ਜੀ ਚੌਕੜੀ ਮਾਰ ਕੇ ਚਾਦਰ ਦੇ ਉੱਪਰ ਬਹਿ ਗਏ। ਨਾ ਉਹ ਚਾਦਰ ਪਾਟੀ, ਨਾ ਉਹ ਬਾਬਾ ਜੀ ਖੂਹ 'ਚ ਡਿੱਗੇ। ਇਹ ਪਹਿਲੀ ਕਰਾਮਾਤ ਸੀ। ਦੂਸਰੀ ਕਰਾਮਾਤ ਸੀ ਕਿ ਜਿੱਦਣ ਉਹ ਲਾਲ ਕਿਲੇ ਮਿਲਣ ਗਏ ਔਰੰਗਜ਼ੇਬ ਨੂੰ,
ਜਿਹੜੀ ਪਾਲਕੀ ਵਿੱਚ ਬੈਠ ਕੇ ਗਏ ਉਸ ਪਾਲਕੀ ਨੂੰ ਕਿਸੇ ਨੇ ਚੁੱਕਿਆ ਨਹੀਂ ਸੀ ਹੋਇਆ। ਉਹ ਬਿਨਾਂ ਹੀ ਕੰਧਿਆਂ ਦੇ ਸਹਾਰੇ ਤੋਂ ਪਾਲਕੀ ਉੱਡਦੀ ਜਾਂਦੀ ਹੈ। ਜਮਨਾ ਦੇ ਪਾਣੀ ਤੇ ਤੁਰ ਕੇ ਵਿਖਾਇਆ, ਸਿਖਰ ਦੁਪਹਿਰੇ 2 ਚੰਦਰਮਾ ਦਿਖਾਏ, ਧੁੱਪ ਚੜੀ ਦੇ ਵਿੱਚ ਵਰਖਾ ਕਰਕੇ ਵਿਖਾਈ। ਇੱਦਾਂ ਦੀਆਂ 72 ਕਰਾਮਾਤਾਂ ਕਰਕੇ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਨੂੰ ਇਤਨਾ ਪ੍ਰਭਾਵਿਤ ਕਰ ਲਿਆ ਕਿ ਔਰੰਗਜ਼ੇਬ ਜਿਹੜਾ ਸੀ ਉਹਨੇ ਆਪਣੇ ਦਰਬਾਰ ਵਿੱਚ ਇੱਕ ਉੱਚਾ ਆਸਣ ਇੱਕ ਧਾਰਮਿਕ ਆਗੂ ਦੇ ਤੌਰ ਤੇ ਬਾਬਾ ਰਾਮ ਰਾਏ ਜੀ ਦਾ ਲਗਾ ਦਿੱਤਾ। ਪਰ ਜਿਹੜੇ ਲੋਕਾਂ ਨੇ ਗੁਰੂ ਘਰ ਦੇ ਨਾਲ ਵੈਰ ਵਿਰੋਧ ਈਰਖਾ ਕਰਕੇ ਗੁਰੂ ਜੀ ਨੂੰ ਬੁਲਾਉਣਾ ਚਾਹਿਆ ਸੀ, ਨਹੀਂ ਆਏ, ਬਾਬਾ ਜੀ ਆਏ, ਹੁਣ ਉਹਨਾਂ ਦਾ ਮਕਸਦ ਪੂਰਾ ਨਹੀਂ ਹੋਇਆ। ਉਹਨਾਂ ਨੇ ਫਿਰ ਔਰੰਗਜ਼ੇਬ ਬਾਦਸ਼ਾਹ ਨੂੰ ਕਿਹਾ ਵੀ ਬਾਦਸ਼ਾਹ ਗੱਲ ਇਹ ਹੈ ਕਿ ਜਿਹੜਾ ਸਿੱਖਾਂ ਦਾ ਗ੍ਰੰਥ ਹੈ ਨਾ, ਉਹ ਇਹਨਾਂ ਦੀ ਜਿਹੜੀ ਬਾਣੀ ਹੈ, ਕਲਾਮ ਹੈ, ਉਹਦੇ ਵਿੱਚ ਮੁਸਲਮਾਨਾਂ ਦੀ ਬਹੁਤ ਨਿੰਦਿਆ ਕੀਤੀ ਹੋਈ ਹੈ। ਉਹਨਾਂ ਨੇ ਵਾਸਾ ਜੀ ਦੀ ਵਾਰ ਦਾ ਸ਼ਲੋਕ ਵੀ ਕੱਢ ਕੇ ਬਾਦਸ਼ਾਹ ਨੂੰ ਸੁਣਾ ਦਿੱਤਾ ਕਿ ਮਿੱਟੀ ਮੁਸਲਮਾਨ ਕੀ ਪੀੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂ ਅੰਗਿਆਰ। ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਜਿਹੜੇ ਮੁਸਲਮਾਨ ਨੇ ਉਹ ਮਰਨ ਤੋਂ ਬਾਅਦ ਵੀ ਮੁਸਲਮਾਨ ਦੇ ਸਰੀਰ ਨੂੰ ਨੂੰ ਦਫਨਾਉਂਦੇ ਨੇ, ਸਾੜਦੇ ਨੇ। ਉਹ ਮੰਨਦੇ ਨੇ ਵੀ ਜੇ ਸਰੀਰ ਸੜ ਜਾਏ ਤਾਂ ਉਹ ਫਿਰ ਦੋਜ਼ਖ ਵਿੱਚ ਜਾਂਦਾ ਹੈ, ਉਹਨੂੰ ਜੰਨਤ, ਉਹਨੂੰ ਬਹਿਸ਼ਤ ਪ੍ਰਾਪਤ ਨਹੀਂ ਹੋ ਸਕਦਾ। ਨਾਲੇ ਉਹਨਾਂ ਦਾ ਇੱਕ ਵਿਸ਼ਵਾਸ ਹੈ ਵੀ ਇਹਨਾਂ ਕਬਰਾਂ ਦੇ ਵਿੱਚ ਇੱਕ ਦਿਨ ਆਏਗਾ ਕਿ ਜਿਸ ਦਿਨ ਹਜ਼ਰਤ ਮੁਹੰਮਦ ਸਾਹਿਬ ਆਪ ਆਉਣਗੇ ਤੇ ਆਪ ਆ ਕੇ ਇਹਨਾਂ ਨੂੰ ਇੱਥੋਂ ਉਠਾ ਕੇ ਆਬੇ ਹਯਾਤ ਦੇਣਗੇ ਤੇ ਇਹ ਸਾਰੇ ਸੁਰਜੀਤ ਹੋ ਜਾਣਗੇ, ਜਿਉਂਦੇ ਹੋ ਜਾਣਗੇ। ਤੇ ਬਾਬਾ ਰਾਮ ਰਾਏ ਨੇ ਸੋਚਿਆ ਵੀ ਮੇਰਾ ਵਾਵਾ ਅਸਰ ਸੁੱਖ ਸਰਕਾਰੀ ਦਰਬਾਰੇ ਬਣ ਗਿਆ, ਉਹ ਨਾ ਵੀ ਕਿਤੇ ਗੱਲ ਵਿਗੜੀ ਜਾਵੇ। ਉਹਨਾਂ ਨੇ ਇੱਕ ਸ਼ਬਦ ਬਦਲ ਦਿੱਤਾ, ਕਹਿਣ ਲੱਗਾ ਬਾਦਸ਼ਾਹ ਤੁਹਾਨੂੰ ਕਿਸੇ ਨੇ ਗਲਤ ਕਿਹਾ ਹੈ, ਸਾਡੀ ਬਾਣੀ ਦੇ ਵਿੱਚ ਮਿੱਟੀ ਮੁਸਲਮਾਨ ਕੀ ਸ਼ਬਦ ਨਹੀਂ ਹੈ, ਮਿੱਟੀ ਬੇਈਮਾਨ ਕੀ ਹੈ। ਇੰਨੇ ਸ਼ਬਦ ਤੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਦਾ ਤਿਆਗ ਕਰ ਦਿੱਤਾ ਸੀ, ਇੰਨੇ ਸ਼ਬਦ ਤੋਂ, ਔਰ ਫੈਸਲਾ ਦੇ ਦਿੱਤਾ ਸੀ ਨੈ ਦਰਸੈ ਹੈ, ਜਾਓ ਜਾ ਕੇ ਦਿੱਲੀ ਕਹਿ ਦਿਓ ਰਾਮ ਰਾਏ ਨੂੰ ਕਿ ਸਾਡੇ ਕੋਲ ਨਾ ਆਵੇ, ਨਾ ਅਸੀਂ ਉਹਦਾ ਮੂੰਹ ਵੇਖਣਾ ਹੈ, ਨਾ ਅਸੀਂ ਉਹਨੂੰ ਆਪਣੇ ਦਰਸ਼ਨ ਦੇਣੇ। ਔਰ ਉਹਨਾਂ ਨੇ ਅੱਗੋਂ 5 ਸਾਲ ਤੇ 3 ਮਹੀਨਿਆਂ ਦੀ ਆਜੂ ਵਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਿਆਈ ਬਖਸ਼ਿਸ਼ ਕੀਤੀ ਸੀ। ਇਹਨਾਂ ਅਨੰਤ ਵਡਿਆਈਆਂ ਦੇ ਮਾਲਕ ਸਤਿਗੁਰੂ ਜੀ ਦਾ ਅੱਜ ਆਪ ਜੀ ਨੇ ਗੁਰਪੁਰਬ ਮਨਾਇਆ ਹੈ। ਮੈਂ ਸਿੱਕਾ ਸਾਹਿਬ ਨਾਲ ਗੱਲ ਹੋਣ ਤੋਂ ਪਹਿਲਾਂ ਇੱਕ ਦਿਨ ਸੋਚ ਰਿਹਾ ਸੀ ਕਿ ਜਦੋਂ ਇਹ ਦਿਨ ਆਉਂਦੇ ਸਨ ਤੇ ਗ੍ਰੇਟਰ ਕੈਲਾਸ਼ ਪਾਰਟ 2 ਸਰਦਾਰ ਗਜਿੰਦਰ ਸਿੰਘ ਹੋਰੀ ਉਹ ਬਹੁਤ ਵੱਡੀ ਪੱਧਰ ਤੇ, ਕਿਉਂਕਿ ਦਿੱਲੀ ਦੇ ਵਿੱਚ ਇੱਕੋ ਹੀ ਗੁਰਦੁਆਰਾ ਹੈ ਤੇ ਸਾਰੀ ਕਾਬਲ ਦੀ ਸੰਗਤ ਹੈ ਜਿਹੜੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਪੁਰਬ ਮਨਾਉਂਦੀ ਹੈ। ਮਸਕੀਨ ਸਾਹਿਬ ਉਹਦੇ ਸਾਰੇ ਦੇ ਮੁਖੀ ਪ੍ਰਬੰਧਕ ਹੁੰਦੇ ਸੀ ਤੇ ਉਹ ਹੀ ਸਾਰਾ ਅਰੇਂਜ ਕਰਦੇ ਸੀ। 10 ਵੀ ਹਾਜ਼ਰੀ ਭਰਦਾ ਸੀ, ਪਰ ਅੱਜ ਬਖਸ਼ਿਸ਼ ਹੋਈ, ਇੱਥੇ ਵੀ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਇੱਕ ਬੇਨਤੀ ਸਿੱਕਾ ਸਾਹਿਬ ਨੂੰ ਕਰਾਂਗਾ ਕਿ ਮੈਂ ਅਜੇ ਸਾਬਕਾ ਹੈਡ ਗ੍ਰੰਥੀ ਨਹੀਂ ਹੋਇਆ, ਮੈਂ ਇਕੱਲਾ ਹੀ ਹਾਂ ਜਿਹੜਾ 2 ਥਾਵਾਂ ਦਾ ਹੈਡ ਗ੍ਰੰਥੀ ਹੈ, ਤੇ ਅਰਦਾਸ ਵੀ ਕਰਿਓ ਵੀ ਨਾ ਹੀ ਹੋਵੇ, ਕਿਉਂਕਿ ਜੇ ਐਸਾ ਸਮਾਂ ਬਣਿਆ ਤੇ ਸ਼ਾਇਦ ਮੈਂ ਪਿੱਛੇ ਵਾਪਸ ਚਲਾ ਜਾਵਾਂ, ਕਿਉਂਕਿ ਮੈਂ ਉਸ ਸਥਾਨ ਤੋਂ ਬਹੁਤ ਕੁਝ ਪਾਇਆ ਹੈ। ਮੇਰੇ ਵਰਗੇ ਤਾਂ ਬਹੁਤ ਹੋਣਗੇ, ਪਰ ਜੋ ਕੁਝ ਵੀ ਮੈਨੂੰ ਮਿਲਿਆ ਇਹ ਉਹਨਾਂ ਸਥਾਨਾਂ ਦੀ ਬਖਸ਼ਿਸ਼ ਹੈ। ਸੀਸਗੰਜ ਸਾਹਿਬ ਦੀ, ਬੰਗਲਾ ਸਾਹਿਬ ਦੀ, ਗੁਰਦੁਆਰਾ ਨਾਨਕ ਪਿਓ ਸਾਹਿਬ ਦੀ, ਗੁਰਦੁਆਰਾ ਰਕਾਬਗੰਜ ਸਾਹਿਬ ਦੀ, ਗੁਰਦੁਆਰਾ ਬਾਲਾ ਸਾਹਿਬ ਦੀ, ਉਹਨਾਂ ਸਥਾਨਾਂ ਤੋਂ ਇਹ ਸਭ ਅਸੀਸਾਂ ਪ੍ਰਾਪਤ ਹੋਈਆਂ ਨੇ ਕਿ ਅੱਜ ਕਿਤੇ ਵੀ ਚਲੇ ਜਾਈਏ ਤੇ ਪਹਿਚਾਣ ਦੇ ਲਈ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਪੈਂਦੀ। ਇੱਕ ਵਾਰ ਫਿਰ ਆਪ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਔਰ ਮੈਂ ਢੱਲ ਸਾਹਿਬ ਨੂੰ ਵੀ ਅਮਰੀਕਾ ਦਾ ਜਿਹੜੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਉਹਦੀ ਫਿਰ ਮੈਂ ਵੀ ਵਧਾਈ ਦਿੰਦਾ। ਔਰ ਮੈਂ ਅਰਦਾਸ ਵੀ ਕਰਦਾ ਕਿ ਸਤਿਗੁਰੂ ਇਹਨਾਂ ਤੋਂ ਸੇਵਾ ਲੈਣ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ ਜੀ। ਸਾਰੀ ਸੰਗਤ ਦਾ ਧੰਨਵਾਦ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਅਸੀਸ ਬਖਸ਼ਿਸ਼ ਕੀਤੀ। ਮੈਂ ਆਪਣੇ ਵੀਰ ਸਿੱਕਾ ਸਾਹਿਬ ਜੀ ਦਾ ਧੰਨਵਾਦੀ ਹਾਂ। ਅਕਸਰ ਫੋਨ ਤੇ ਰੋਜ਼ ਤਕਰੀਬਨ ਗੱਲ ਹੁੰਦੀ ਰਹਿੰਦੀ ਹੈ, ਪਰ
ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਵਿਖੇ ਹੈਡ ਗ੍ਰੰਥੀ ਦੀ ਸੇਵਾ ਹੋਣ ਕਰਕੇ ਮੈਂ ਬਹੁਤ ਵਾਰੀ ਹਾਜ਼ਰੀ ਨਹੀਂ ਭਰ ਸਕਿਆ। ਅੱਜ ਵੀ ਸੰਡੇ ਨਾ ਹੋਣ ਕਰਕੇ ਉਹਨਾਂ ਨੇ ਸਮਾਂ ਦਿੱਤਾ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਮੇਰੇ ਵੱਡੇ ਵੀਰ ਨੇ ਭਾਈ ਅਮਰਜੀਤ ਸਿੰਘ ਹੋਰੀ, ਜਿਹੜੇ ਤੁਹਾਡੇ ਕੋਲ ਹੈਡ ਗ੍ਰੰਥੀ ਸਾਹਿਬ ਨੇ। ਅਸੀਂ ਪਿੰਡ ਤੋਂ ਵੀ ਲਾਗੇ ਮੇਰੇ ਗਰਾਈ ਨੇ ਤੇ ਅਸੀਂ ਇੱਕੋ ਕਾਲਜ ਤੋਂ ਪੜ੍ਹੇ ਹੋਏ ਆ। ਇਹ ਮੇਰੇ ਤੋਂ 2 ਸਾਲ ਸੀਨੀਅਰ ਉੱਥੋਂ ਦੇ ਸਟੂਡੈਂਟ ਨੇ, ਬੈਠੇ ਨੇ ਕਦਾਰੀ ਸਾਹਿਬ। ਇਹਨਾਂ ਦੇ ਰਿਸ਼ਤੇਦਾਰ ਹੀ ਨੇ ਸਰਦਾਰ ਜਸਵੀਰ ਸਿੰਘ ਪ੍ਰਿੰਸੀਪਲ ਸਾਹਿਬ। ਅਸੀਂ ਸਾਰੇ ਉਹਨਾਂ ਦੇ ਸਿਖਿਆਰਥੀ ਹਾਂ, ਉਹਨਾਂ ਦੇ ਬੱਚੇ ਹਾਂ। ਸਾਰਿਆਂ ਦਾ ਇੱਕ ਵਾਰੀ ਫਿਰ ਹਾਰਦਿਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਮਾਨਵ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਵਿਦਵਾਨ ਅਤੇ ਮਹਾਨ ਕਥਾਕਾਰ ਗਿਆਨੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾਸ ਕੇਵਾਂ ਜਾਚਕ ਹੈ, ਕਿਉਂਕਿ ਮੈਂ ਸਮਝਿਆ ਸੀ ਕਿਉਂਕਿ ਇਹਨਾਂ ਦੀ ਡਿਮਾਂਡ ਸਾਰੀ ਜਗ੍ਹਾ ਹੈਗੀ ਹੈ ਔਰ ਆਪ ਜੀ ਨੂੰ ਬਾਬਾ ਮੱਖਣ ਸ਼ਾਹ ਗੁਰਦੁਆਰੇ ਨੇ ਪਰਮਾਨੈਂਟ ਰੱਖ ਲਿਆ ਹੈ। ਇਸ ਵਾਸਤੇ ਸਾਬਕਾ ਕਿਹਾ ਗਿਆ ਹੈ, ਪਰ ਆਪ ਨੇ ਤਾਂ ਦੱਸਿਆ ਹੈ ਕਿ ਸਾਬਕਾ ਨਹੀਂ ਹਨ, ਹਾਲੇ ਵੀ ਹੈਡ ਗ੍ਰੰਥੀ ਸਾਹਿਬ ਹਨ ਗੁਰਦੁਆਰਾ ਬਾਲਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ। ਸੋ ਦਾਸ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਮਤਲਬ ਹੋਰ ਕਥਾ ਦੁਆਰਾ ਅਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੀ ਜੀਵਨੀ ਬਾਬਤ ਆਪ ਜੀ ਨੇ ਦਰਸਾਇਆ ਹੈ ਅਤੇ ਆਸ ਕਰਦੇ ਹਾਂ ਫਿਰ ਵੀ ਜਦੋਂ ਟਾਈਮ ਹੋਏ ਆਪ ਜੀ ਇਸ ਗੁਰੂ ਘਰ ਵਿੱਚ ਆਪ ਇਸ ਤਰ੍ਹਾਂ ਹਾਜ਼ਰੀ ਕਰਨਗੇ ਜੀ। ਜਿਸ ਤਰ੍ਹਾਂ ਦੱਸਾਇਆ ਗਿਆ ਤਕਰੀਬਨ 10:30 ਵਜੇ ਦੀਵਾਨ ਸਜਣਗੇ, ਆਪ ਇਸ ਤਰ੍ਹਾਂ ਹੀ ਸਜੇ ਰਹੋ। ਹੁਣ ਸਾਡੇ ਸ਼ਹਾਦਤ ਹਨ ਭਾਈ ਸਾਹਿਬ ਭਾਈ ਗੁਰਜਾਲ ਸਿੰਘ ਜੀ ਦਸੀਆ ਭੋਗਪੁਰ ਵਾਲੇ, ਜੋ ਕੱਲ੍ਹ ਤੋਂ ਸਾਡੇ ਕੋਲ ਕੀਰਤਨ ਵੀ ਕਰ ਰਹੇ ਹਨ ਸਾਰਾ ਮਹੀਨਾ। ਦਾਸ ਉਹਨਾਂ ਦੀ ਬੇਨਤੀ ਕਰੇਗਾ, ਆਪ ਕੀਰਤਨ ਦੁਆਰਾ ਸੰਗਤਾਂ ਦੇ ਹਾਲ ਕਰਨਗੇ। ਭਾਈ ਸਾਹਿਬ ਭਾਈ ਗੁਰਜਾਲ ਸਿੰਘ ਜੀ ਦਸੀਆ